ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਊਜਲ ਕਹਿਆ ਚਿਲਕਣਾ ਸ਼ਬਦ ਵਿਆਖਿਆ। ਇਹ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰਚਾਰਕ ਦੌਰਿਆਂ ਸਮੇਂ ਸੱਜਣ ਠੱਗ ਜੋ ਤਲੰਬੇ ਪਾਕਿਸਤਾਨ ਦੀ ਧਰਤੀ ਤੇ ਰਹਿੰਦਾ ਸੀ ਦੇ ਪ੍ਰਥਾਏ ਉਚਾਰਿਆ ਹੈ। ਸੱਜਣ ਯਾਤਰੂਆਂ ਤੇ ਪ੍ਰਭਾਵ ਪਾਉਣ ਲਈ ਬੜੀ ਸੇਵਾ ਕਰਦਾ ਸੀ। ਜਦੋਂ ਕੋਈ ਅਮੀਰ ਯਾਤਰੂ ਕਾਬੂ ਆ ਜਾਂਦਾ ਤਾਂ ਉਸ ਲਈ ਖਾਸ ਇੰਤਜ਼ਾਮ ਕਰਾਉਂਦਾ ਸੀ ਤਾਂ ਜੋ ਰਾਤ ਨੂੰ ਉਸ ਨੂੰ ਲੁੱਟ ਲਿਆ ਜਾਵੇ। ਕਾਫੀ ਦੇਰ ਤੋਂ ਇਹ ਸਿਲਸਿਲਾ ਚੱਲਦਾ ਆ ਰਿਹਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜਗਤ ਉਧਾਰ ਹਿੱਤ ਉਸ ਕੋਲ ਪੁੱਜੇ। ਸੱਜਣ ਨੇ ਜਦ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਸੋਚਿਆ ਕਿ ਇਹ ਕੋਈ ਖਾਸ ਅਮੀਰ ਯਾਤਰੂ ਹੈ। ਇਸ ਭੁਲੇਖੇ ਕਾਰਨ ਉਸਨੇ ਗੁਰੂ ਜੀ ਦਾ ਆਦਰ ਸਤਿਕਾਰ ਕੀਤਾ। ਗੁਰੂ ਸਾਹਿਬ ਨੇ ਭਾਈ ਮਰਦਾਨਾ ਨੂੰ ਸਾਰਾ ਰੰਗ ਢੰਗ ਪਹਿਲਾਂ ਹੀ ਸਮਝਾ ਦਿੱਤਾ ਸੀ ਅਤੇ ਕਿਹਾ ਕਿ ਇੱਥੋਂ ਦੀ ਕੋਈ ਵਸਤੂ ਨਹੀਂ ਛਕਣੀ। ਇਸ ਲਈ ਜਦੋਂ ਸੱਜਣ ਕਾਫੀ ਪਦਾਰਥ ਲੈ ਕੇ ਆਇਆ ਤਾਂ ਉਹਨਾਂ ਨੇ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਜਿਸ ਵਾਸਤੇ ਅਕਾਲ ਪੁਰਖ ਨੇ ਸਾਨੂੰ ਭੇਜਿਆ ਹੈ ਉਸ ਨੂੰ ਖਤਮ ਕਰਕੇ ਹੀ ਕੁਝ ਛਕਾਂਗੇ ਅਤੇ ਆਰਾਮ ਕਰਾਂਗੇ। ਆਖਰ ਸੱਜਣ ਹਾਰ ਕੇ ਨਾਲ ਦੇ ਕਮਰੇ ਵਿੱਚ ਜਾ ਬੈਠਾ ਅਤੇ ਸੋਚਣ ਲੱਗਾ ਕਿ ਜਦੋਂ ਇਹ ਸੌਂ ਜਾਣਗੇ ਤਾਂ ਮੈਂ ਆਪਣਾ ਕੰਮ ਕਰ ਲਵਾਂਗਾ। ਇੰਨੇ ਨੂੰ ਸੰਗੀਤ ਰਾਹੀਂ ਸੋਹੀ ਰਾਗ ਵਿੱਚ ਇਹ ਸ਼ਬਦ ਸੱਜਣ ਦੇ ਕੰਨੀ ਪਿਆ। ਇਸ ਸ਼ਬਦ ਵਿੱਚ ਸੱਜਣ ਠੱਗ ਦੀ ਬਗਲਿਆਂ ਵਾਲੀ ਅਵਸਥਾ ਦਾ ਹੀ ਵਰਣਨ ਸੀ। ਜਦੋਂ ਸੱਜਣ ਨੂੰ ਅਨੁਭਵ ਹੋਇਆ ਕਿ ਉਸਦੇ ਪਰਦੇ ਅੰਦਰ ਕੀਤੇ ਕੁਕਰਮਾਂ ਨੂੰ ਇਹ ਜਾਣਦੇ ਹਨ ਤਾਂ ਉਹ ਗੁਰੂ ਸਾਹਿਬ ਦੇ ਚਰਨੀ ਡਿੱਗ ਪਿਆ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀ ਐ ਤਿੱਥੈ ਖੜੇ ਦਿਸਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਮੇਰੇ ਅਸਲ ਮਿੱਤਰ ਉਹੀ ਹਨ ਜੋ ਸਦਾ ਮੇਰੇ ਨਾਲ ਰਹਿਣ ਅਤੇ ਇੱਥੋਂ ਤੁਰਨ ਵੇਲੇ ਵੀ ਮੇਰੇ ਨਾਲ ਹੀ ਚੱਲਣ। ਅਗਾਹਾਂ ਜਿੱਥੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਣਾ ਹੈ ਉੱਥੇ ਬੇਧੜਕ ਹੋ ਕੇ ਹਿਸਾਬ ਦੇ ਸਕਣ। ਭਾਵ ਇਹ ਹੈ ਕਿ ਮਨੁੱਖ ਦੇ ਚੰਗੇ ਗੁਣ, ਚੰਗੇ ਕਰਮ ਹੀ ਉਸ ਦੇ ਅਸਲ ਮਿੱਤਰ ਹਨ। ਬਾਹਰ ਦਾ ਦਿਖਾਵਾ ਮਨੁੱਖ ਦਾ ਕੁਝ ਨਹੀਂ ਸੰਵਾਰ ਸਕਦਾ। ਉਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨ ਉਤਰੈ ਜੇ ਸੋ ਧੋਵਾਂ ਤਿਸ। ਕਹਿਣ ਦਾ ਭਾਵ ਹੈ ਕਾਂਸ਼ੀ ਧਾਤ। ਸਤਿਗੁਰੂ ਜੀ ਪਹਿਲੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਮੈਂ ਕਾਂਸ਼ੀ ਦਾ ਇੱਕ ਸਾਫ਼ ਅਤੇ ਲਿਸ਼ਕਵਾਂ ਭਾਂਡਾ ਘਸਾਇਆ ਤਾਂ ਉਸ ਵਿੱਚੋਂ ਥੋੜ੍ਹੀ ਥੋੜ੍ਹੀ ਕਾਲੀ ਸਿਆਹੀ ਲੱਗ ਗਈ। ਜੇ ਮੈਂ 100 ਵਾਰੀ ਵੀ ਉਸ ਕਾਂਸੀ ਦੇ ਭਾਂਡੇ ਨੂੰ ਧੋਵਾਂ, ਸਾਫ਼ ਕਰਾਂ ਤਾਂ ਵੀ ਬਾਹਰੋਂ ਧੋਣ ਨਾਲ ਉਸ ਦੀ ਅੰਦਰਲੀ ਜੂਠ ਕਾਲਖ ਦੂਰ ਨਹੀਂ ਹੁੰਦੀ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਬੀਆਂ, ਢੱਠੀਆਂ ਕੰਮ ਨ ਆਵਨੀ ਵਿੱਚੋਂ ਸੱਖਣੀਆਂ। ਸਤਿਗੁਰੂ ਜੀ ਦੂਸਰੀ ਉਦਾਹਰਣ ਦਿੰਦੇ ਹੋਏ ਫਰਮਾਉਂਦੇ ਹਨ ਕਿ ਜਿਹੜੇ ਘਰ, ਮੰਦਰ, ਮਹਿਲ ਬਾਹਰੋਂ ਚਾਰੇ ਪਾਸਿਆਂ ਤੋਂ ਤਾਂ ਸਜਾਏ ਹੋਏ ਹੋਣ ਪਰ ਜੇ ਉਹਨਾਂ ਅੰਦਰ ਕੋਈ ਨਿਵਾਸ ਨਹੀਂ ਕਰਦਾ ਤਾਂ ਐਸੀਆਂ ਬਿਲਡਿੰਗਾਂ ਮਿੱਟੀ ਦੇ ਢੇਰ ਦੇ ਬਰਾਬਰ ਹਨ। ਤਿਵੇਂ ਹੀ ਜੇ ਮਨੁੱਖ ਨੇ ਬਾਹਰੋਂ ਬਹੁਤ ਹੀ ਸਜਾਵਟ ਕੀਤੀ ਹੋਵੇ, ਕੱਪੜੇ ਵੀ ਬਹੁਤ ਵਧੀਆ ਸਾਫ਼ ਸੁਥਰੇ ਪਾਏ ਹੋਣ ਅਤੇ ਧਰਮੀ ਸਰੂਪ ਦਾ ਵੀ ਵਿਖਾਵਾ ਕੀਤਾ ਹੋਵੇ ਪਰ ਅੰਦਰੋਂ ਔਗਣਾਂ ਨਾਲ ਭਰਿਆ ਹੋਇਆ ਹੋਵੇ ਤਾਂ ਐਸੇ ਮਨੁੱਖ ਦਾ ਕੋਈ ਲਾਭ ਨਹੀਂ ਹੈ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ।
ਸਤਿਗੁਰੂ ਜੀ ਤੀਸਰੀ ਉਦਾਹਰਣ ਬਗਲਿਆਂ ਦੀ ਦੇ ਕੇ ਸਮਝਾਉਂਦੇ ਹਨ ਕਿ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਵੀ ਉਹ ਤੀਰਥਾਂ ਉੱਤੇ ਹੀ ਹਨ, ਪਰ ਉਹਨਾਂ ਦੇ ਅੰਦਰ ਦੀ ਹਾਲਤ ਇਹ ਹੈ ਕਿ ਜੀਆਂ ਡੱਡੀਆਂ ਮੱਛੀਆਂ ਨੂੰ ਗਲੋਂ ਘੁੱਟ-ਘੁੱਟ ਕੇ ਖਾ ਜਾਣ ਵਾਲੇ ਹਨ। ਇਸ ਤਰ੍ਹਾਂ ਉਹ ਅੰਦਰੋਂ ਸਾਫ਼ ਸੁਥਰੇ ਪਵਿੱਤਰ ਨਹੀਂ ਆਖੇ ਜਾ ਸਕਦੇ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ, ਸੇ ਫਲ ਕਮ ਨਾਵਨੀ, ਤੇ ਗੁਣ ਮੈਂ ਤਨ ਹਨ। ਚੌਥੀ ਉਦਾਹਰਣ ਸਿਮਲ ਦੇ ਰੁੱਖ ਦੀ ਦੇ ਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਵੇਂ ਸਿਮਲ ਦਾ ਰੁੱਖ ਹੈ ਤਿਵੇਂ ਮੇਰਾ ਸਰੀਰ ਹੈ। ਸਿਮਲ ਦੇ ਫਲਾਂ ਨੂੰ ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ। ਮੈਜਨ ਭਾਵ ਤੋਤਾ। ਸਿਮਲ ਦੇ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ। ਉਹ ਜਿਹੇ ਗੁਣ ਮੇਰੇ ਸਰੀਰ ਵਿੱਚ ਹਨ। ਇਸ ਤਰ੍ਹਾਂ ਮਨੁੱਖਾ ਸਰੀਰ ਭਾਵੇਂ ਬਾਹਰੋਂ ਸਾਫ਼ ਸੁਥਰਾ ਚੰਗਾ ਕਿਉਂ ਨਾ ਹੋਵੇ, ਪਰ ਜੇ ਅੰਦਰ ਔਗਣ ਹੀ ਔਗਣ ਹਨ ਅਤੇ ਕਿਸੇ ਦਾ ਕੁਝ ਸਵਾਰਨ ਦੇ ਯੋਗ ਨਹੀਂ, ਤਾਂ ਉਹ ਸਿਮਲ ਰੁੱਖ ਦੀ ਨਿਆਈ ਹੀ ਹਨ। ਅੰਧਲੇ ਭਾਰ ਉਠਾਇਆ, ਡੂਗਰ ਬਾਟ ਬਹੁਤ, ਅੱਖੀ ਲੋੜਾਂ ਨਾ ਲਹਾਂ, ਹਉ ਚੜ ਲੰਘਾਂ ਕਿਤ। ਗੁਰੂ ਜੀ ਇੱਕ ਹੋਰ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਮੈਂ ਅੰਨੇ ਨੇ ਸਿਰ ਉੱਤੇ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ। ਮੇਰਾ ਜੀਵਨ ਪੰਥ ਬੜਾ ਬਿਖੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਵੀ ਮੈਂ ਰਾਹ ਨਹੀਂ ਲੱਭ ਸਕਦਾ, ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿੱਚ ਕਿਸ ਤਰੀਕੇ ਨਾਲ ਪਹਾੜੀ ਉੱਤੇ ਚੜ੍ਹ ਕੇ ਮੈਂ ਪਾਰ ਲੰਘਾਂ? ਸਤਿਗੁਰੂ ਜੀ ਇਸ ਸਮੱਸਿਆ ਦਾ ਹੱਲ ਦੱਸਦੇ ਹਨ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕੀਤਾ, ਨਾਨਕ ਨਾਮ ਸੰਭਾਲ ਤੂੰ, ਬੱਧਾ ਛੁਟੈ ਜਿੱਤਾ। ਹੇ ਨਾਨਕ, ਪਹਾੜੀ ਰਸਤੇ ਵਰਗੇ ਬਿਖੜੇ ਜੀਵਨ ਪੰਧ ਵਿੱਚੋਂ ਪਾਰ ਲੰਘਣ ਲਈ ਦੁਨੀਆ ਦੇ ਲੋਕਾਂ ਦੀਆਂ ਖੁਸ਼ਾਮਦਾਂ, ਲੋਕ ਵਿਖਾਵੇ ਅਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਅਤੇ ਨਾਮ ਸਿਮਰਨ ਦੇ ਰਾਹੀਂ ਹੀ ਮੋਹ ਦੇ ਬੰਧਨਾਂ ਤੋਂ ਖਲਾਸੀ ਪਾ ਸਕੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।